ਪਿਆਰੇ ਵਿਦਿਆਰਥੀਓ, ਮੇਰੇ ਯਾਨੀ ਕਿ ਜਸਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ 11ਵੀਂ ਜਮਾਤ ਦੇ ਪਾਠ 3 ਕੌਨਸਟੈਂਟ, ਵੇਰੀਏਬਲਸ ਅਤੇ ਡਾਟਾ ਟਾਈਪਸ ਬਾਰੇ ਡਿਸਕਸ ਕਰਨ ਜਾ ਰਹੇ ਹਾਂ। ਕੌਨਸਟੈਂਟ ਦਾ ਸ਼ਾਬਦਿਕ ਅਰਥ ਹੈ ਲਗਾਤਾਰ। ਇਸ ਨੂੰ ਲਿਟਰਲ ਵੀ ਕਹਿ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਸੀ ਭਾਸ਼ਾ ਵਿੱਚ ਉਹ ਵੈਲਿਊ ਜਿਸ ਨੂੰ ਅਸੀਂ ਪ੍ਰੋਗਰਾਮ ਦੌਰਾਨ ਬਿਲਕੁਲ ਬਦਲਣਾ ਨਹੀਂ ਚਾਹੁੰਦੇ, ਉਸ ਨੂੰ ਅਸੀਂ ਕੌਨਸਟੈਂਟ ਦੇ ਰੂਪ ਵਿੱਚ ਡਿਕਲੇਅਰ ਕਰਦੇ ਹਾਂ। ਕੌਨਸਟੈਂਟ ਵੀ ਵੇਰੀਏਬਲ ਦੀ ਤਰ੍ਹਾਂ ਹੀ ਹੁੰਦੇ ਆ। ਫਰਕ ਸਿਰਫ ਇੰਨਾ ਕੁ ਹੈ ਕਿ ਇਹਨਾਂ ਦੀ ਕੀਮਤ ਪ੍ਰੋਗਰਾਮ ਦੌਰਾਨ ਕਦੇ ਵੀ ਬਦਲੀ ਨਹੀਂ ਜਾ ਸਕਦੀ। ਆਓ ਆਪਾਂ ਇੱਕ ਛੋਟੇ ਜਿਹੇ ਸੀ ਪ੍ਰੋਗਰਾਮ ਨੂੰ ਵਾਚ ਕੇ ਕੌਨਸਟੈਂਟ ਨੂੰ ਸਮਝਣ ਦਾ ਯਤਨ ਕਰਦੇ ਹਾਂ। ਇਹ ਪ੍ਰੋਗਰਾਮ ਕਿਸੇ ਸਰਕਲ ਦਾ ਏਰੀਆ ਪਤਾ ਕਰਨ ਲਈ ਬਣਾਇਆ ਗਿਆ ਹੈ। ਆਪਾਂ ਸਾਰੇ ਜਾਣਦੇ ਹਾਂ ਕਿ ਸਰਕਲ ਦਾ ਏਰੀਆ ਪਤਾ ਕਰਨ ਲਈ ਫਾਰਮੂਲਾ ਹੁੰਦਾ ਹੈ ਪਾਈ/r ਸਕੁਅਰ। ਪਾਈ ਦੀ ਕੀਮਤ ਸਾਨੂੰ ਪਤਾ ਹੀ ਹੈ 3.14 ਹੁੰਦੀ ਹੈ। ਹੁਣ ਹੋਰ ਕਿਸ ਚੀਜ਼ ਦੀ ਲੋੜ ਪਏਗੀ? ਰੇਡੀਅਸ ਯਾਨੀ ਅਰਧ ਵਿਆਸ ਦੀ, ਜੋ ਕਿ ਇਸ ਪ੍ਰੋਗਰਾਮ ਨੂੰ ਚਲਾਉਣ ਵਾਲਾ ਵਿਅਕਤੀ ਮੌਕੇ ਤੇ ਇਨਪੁਟ ਕਰੇਗਾ। ਹੁਣ ਯੂਜ਼ਰ ਹਰ ਵਾਰ ਅਲੱਗ-ਅਲੱਗ ਰੇਡੀਅਸ ਵਾਲੇ ਚੱਕਰਾਂ ਦਾ ਏਰੀਆ ਪਤਾ ਕਰਨ ਲਈ ਅਲੱਗ-ਅਲੱਗ ਰੇਡੀਅਸ ਦੀ ਵੈਲਿਊ ਇਨਪੁਟ ਕਰੇਗਾ। ਇਸ ਤਰ੍ਹਾਂ ਸਾਡੇ ਰੇਡੀਅਸ ਨਾਮ ਦੇ ਵੇਰੀਏਬਲ ਦੀ ਵੈਲਿਊ ਹਰ ਵਾਰ ਬਦਲਦੀ ਰਹੇਗੀ, ਪਰੰਤੂ ਪਾਈ ਦੀ ਵੈਲਿਊ ਨੂੰ ਸਾਰੇ ਪ੍ਰੋਗਰਾਮ ਵਿੱਚ ਸੇਮ ਰੱਖਣ ਲਈ ਅਸੀਂ ਇਸ ਨੂੰ ਕੌਨਸਟੈਂਟ ਵਜੋਂ ਡਿਕਲੇਅਰ ਕੀਤਾ ਹੈ। ਹੁਣ ਆਪਾਂ ਦੇਖਦੇ ਹਾਂ ਕਿ ਕੌਨਸਟੈਂਟ ਨੂੰ ਪਰਿਭਾਸ਼ਿਤ ਕਿਵੇਂ ਕਰਨਾ ਹੈ। ਅਸੀਂ ਕੌਨਸਟੈਂਟ ਨੂੰ ਦੋ ਢੰਗਾਂ ਨਾਲ ਪਰਿਭਾਸ਼ਿਤ ਕਰ ਸਕਦੇ ਹਾਂ, ਡਿਫਾਈਨ ਦੀ ਵਰਤੋਂ ਕਰਕੇ ਅਤੇ ਕੌਨਸਟ ਕੀਵਰਡ ਦੀ ਵਰਤੋਂ ਕਰਕੇ। ਇਹ ਗੱਲ ਯਾਦ ਰਹੇ ਕਿ ਜਿਵੇਂ ਹੀ ਅਸੀਂ ਕੌਨਸਟੈਂਟ ਪਰਿਭਾਸ਼ਿਤ ਕਰਦੇ ਹਾਂ ਤਾਂ ਉਸੇ ਸਮੇਂ ਹੀ ਇਸ ਨੂੰ ਕੋਈ ਕੀਮਤ ਦੇਣੀ ਪਏਗੀ ਅਤੇ ਇਹ ਕੀਮਤ ਪ੍ਰੋਗਰਾਮ ਦੌਰਾਨ ਕਦੇ ਵੀ ਬਦਲੀ ਨਹੀਂ ਜਾ ਸਕਦੀ। ਕੋਸ਼ਿਸ਼ ਕਰੋ ਕਿ ਕੌਨਸਟੈਂਟ ਦਾ ਨਾਮ ਹਮੇਸ਼ਾ ਵੱਡੇ ਅੱਖਰਾਂ ਵਿੱਚ ਲਿਖਿਆ ਜਾਵੇ। ਕੌਨਸਟੈਂਟ ਮੁੱਖ ਰੂਪ ਵਿੱਚ ਦੋ ਕਿਸਮਾਂ ਦੇ ਹੁੰਦੇ ਹਨ, ਨਿਊਮੈਰਿਕ ਕੌਨਸਟੈਂਟ ਅਤੇ ਕਰੈਕਟਰ ਕੌਨਸਟੈਂਟ। ਨਿਊਮੈਰਿਕ ਕੌਨਸਟੈਂਟ ਵਿੱਚ ਨੰਬਰ ਸਟੋਰ ਕੀਤੇ ਜਾਂਦੇ ਹਨ, ਕਿਉਂਕਿ ਨੰਬਰ ਪੂਰਨ ਅੰਕ ਵੀ ਹੋ ਸਕਦੇ ਹਨ ਅਤੇ ਦਸ਼ਮਲਵ ਵਾਲੇ ਵੀ। ਤਾਂ ਇਸ ਤਰ੍ਹਾਂ ਨਿਊਮੈਰਿਕ ਕੌਨਸਟੈਂਟ ਦੀਆਂ ਅੱਗੇ ਦੋ ਕਿਸਮਾਂ ਹੁੰਦੀਆਂ ਹਨ, ਇੰਟੀਜ਼ਰ ਕੌਨਸਟੈਂਟ ਅਤੇ ਰੀਅਲ ਕੌਨਸਟੈਂਟ। ਇੰਟੀਜ਼ਰ ਕੌਨਸਟੈਂਟ ਵਿੱਚ ਕੋਈ ਵੀ ਪੂਰਨ ਅੰਕ, ਭਾਵੇਂ ਉਹ ਪੋਜ਼ਿਟਿਵ ਹੋਵੇ ਜਾਂ ਨੈਗੇਟਿਵ, ਸਟੋਰ ਕੀਤਾ ਜਾ ਸਕਦਾ ਹੈ, ਜਦਕਿ ਰੀਅਲ ਕੌਨਸਟੈਂਟ ਵਿੱਚ ਦਸ਼ਮਲਵ ਵਾਲੀਆਂ ਸੰਖਿਆਵਾਂ ਨੂੰ ਹੀ ਸਟੋਰ ਕੀਤਾ ਜਾਂਦਾ ਹੈ। ਜਿਹੜੇ ਡਾਟੇ ਨੂੰ ਅਸੀਂ ਗਿਣਤੀ ਮਿਣਤੀ ਵਿੱਚ ਨਹੀਂ ਲੈਣਾ ਚਾਹੁੰਦੇ, ਉਸ ਨੂੰ ਅਸੀਂ ਕਰੈਕਟਰ ਦੇ ਰੂਪ ਵਿੱਚ ਸਟੋਰ ਕਰ ਲੈਂਦੇ ਹਾਂ। ਕਰੈਕਟਰ ਡਾਟਾ ਟਾਈਪ ਵਿੱਚ ਅਲਫਾਬੈਟਸ, ਨੰਬਰ ਅਤੇ ਸਪੈਸ਼ਲ ਕਰੈਕਟਰ ਆ ਜਾਂਦੇ ਹਨ। ਕਰੈਕਟਰ ਡਾਟਾ ਟਾਈਪ ਦੀਆਂ ਅੱਗੇ ਦੋ ਕਿਸਮਾਂ ਹੁੰਦੀਆਂ ਹਨ, ਨੰਬਰ 1 ਸਿੰਗਲ ਕਰੈਕਟਰ ਕੌਨਸਟੈਂਟ, ਨੰਬਰ 2 ਸਟ੍ਰਿੰਗ ਕੌਨਸਟੈਂਟ। ਅਗਰ ਅਸੀਂ ਸਿੰਗਲ ਕਰੈਕਟਰ ਨੂੰ ਸਟੋਰ ਕਰਨਾ ਹੈ ਤਾਂ ਸਿੰਗਲ ਕੋਟਸ ਦੀ ਵਰਤੋਂ ਕਰਾਂਗੇ, ਅਤੇ ਜੇਕਰ ਪੂਰੇ ਸਟ੍ਰਿੰਗ ਯਾਨੀ ਕਰੈਕਟਰਸ ਦੇ ਸਮੂਹ ਨੂੰ ਸਟੋਰ ਕਰਨਾ ਹੈ ਤਾਂ ਡਬਲ ਕੋਟਸ ਯਾਨੀ ਦੋਹਰੇ ਕੌਮਿਆਂ ਦੀ ਵਰਤੋਂ ਕਰਾਂਗੇ। ਵੇਰੀਏਬਲਸ ਜਾਂ ਆਇਡੈਂਟੀਫਾਇਰ। ਵੇਰੀਏਬਲ ਦਾ ਸ਼ਾਬਦਿਕ ਅਰਥ ਹੈ ਬਦਲਣਯੋਗ। ਮੈਮਰੀ ਵਿੱਚ ਜਿਸ ਜਗ੍ਹਾ ਡਾਟਾ ਸਟੋਰ ਕੀਤਾ ਜਾਂਦਾ ਹੈ ਉਸ ਨੂੰ ਇੱਕ ਨਾਮ ਦਿੱਤਾ ਜਾਂਦਾ ਹੈ, ਜਿਸ ਨੂੰ ਵੇਰੀਏਬਲ ਕਹਿੰਦੇ ਹਨ। ਕਿਸੇ ਵੇਰੀਏਬਲ ਨੂੰ ਸੌਂਪੇ ਗਏ ਮੁੱਲ ਪ੍ਰੋਗਰਾਮ ਦੀ ਐਗਜ਼ੀਕਿਊਸ਼ਨ ਦੌਰਾਨ ਬਦਲਦੇ ਰਹਿੰਦੇ ਹਨ। ਆਓ ਹੁਣ ਇਸ ਨੂੰ ਇੱਕ ਉਦਾਹਰਨ ਰਾਹੀਂ ਸਮਝਦੇ ਹਾਂ। ਇਸ ਪ੍ਰੋਗਰਾਮ ਵਿੱਚ ਅਸੀਂ 3 ਵੇਰੀਏਬਲ
A, B ਅਤੇ ਸਮ ਡਿਕਲੇਅਰ ਕੀਤੇ ਹਨ। ਇਹਨਾਂ ਵੇਰੀਏਬਲਸ ਨੂੰ ਡਿਕਲੇਅਰ ਕਰਦੇ ਸਾਰ ਹੀ ਸਾਡਾ ਕੰਪਾਈਲਰ ਮੈਮਰੀ ਵਿੱਚ ਇਹਨਾਂ ਤਿੰਨਾਂ ਵੇਰੀਏਬਲਸ ਲਈ ਲੋੜੀਂਦੀ ਜਗ੍ਹਾ ਬਣਾ ਦੇਗਾ। ਅੱਗੇ ਇੱਕ ਮੈਸੇਜ ਦੇ ਜ਼ਰੀਏ ਅਸੀਂ ਯੂਜ਼ਰ ਤੋਂ ਦੋ ਨੰਬਰਾਂ ਦੀ ਮੰਗ ਕੀਤੀ ਹੈ। ਸਮ ਨਾਮ ਦੇ ਵੇਰੀਏਬਲ ਵਿੱਚ ਇਹਨਾਂ ਦਾ ਜੋੜ ਸਟੋਰ ਹੋ ਜਾਏਗਾ ਜੋ ਸਾਨੂੰ ਆਉਟਪੁੱਟ ਦੇ ਰੂਪ ਵਿੱਚ ਦਿਖਾ ਦਿੱਤਾ ਜਾਏਗਾ। ਅਸੀਂ ਪ੍ਰੋਗਰਾਮ ਦੇ ਦੌਰਾਨ ਇਹਨਾਂ ਵੇਰੀਏਬਲਸ ਦੀਆਂ ਕੀਮਤਾਂ ਨੂੰ ਜਦ ਚਾਹੇ ਬਦਲ ਸਕਦੇ ਹਾਂ। ਇਸ ਉਦਾਹਰਨ ਵਿੱਚ ਆਪਾਂ ਇਸ ਪ੍ਰੋਗਰਾਮ ਨੂੰ ਦੁਬਾਰਾ ਚਲਾ ਕੇ ਦੇਖਦੇ ਹਾਂ। ਅਸੀਂ ਜਿਵੇਂ ਹੀ ਵੇਰੀਏਬਲਸ ਨੂੰ ਦੋ ਨਵੀਆਂ ਕੀਮਤਾਂ ਅਸਾਈਨ ਕਰਦੇ ਹਾਂ ਤਾਂ ਮੈਮਰੀ ਵਿੱਚ ਵੀ ਇਹਨਾਂ ਵੇਰੀਏਬਲਸ ਦੀ ਕੀਮਤ ਅਪਡੇਟ ਹੋ ਜਾਏਗੀ। ਵੇਰੀਏਬਲਸ ਨੂੰ ਡਿਕਲੇਅਰ ਕਰਨਾ। ਸੀ ਭਾਸ਼ਾ ਵਿੱਚ ਸਾਰੇ ਵੇਰੀਏਬਲਸ ਨੂੰ ਪ੍ਰੋਗਰਾਮ ਵਿੱਚ ਵਰਤਣ ਤੋਂ ਪਹਿਲਾਂ ਡਿਕਲੇਅਰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਡਿਕਲੇਰੇਸ਼ਨ ਨਾਲ ਉਸ ਵੇਰੀਏਬਲ ਲਈ ਲੋੜੀਂਦੀ ਮੈਮਰੀ ਦੀ ਮਾਤਰਾ ਨਿਸ਼ਚਿਤ ਹੋ ਜਾਂਦੀ ਹੈ ਜਿੱਥੇ ਉਸ ਵੇਰੀਏਬਲ ਨੂੰ ਸੌਂਪੀਆਂ ਗਈਆਂ ਕੀਮਤਾਂ ਸਟੋਰ ਹੋਣੀਆਂ ਹੁੰਦੀਆਂ ਹਨ। ਵੇਰੀਏਬਲ ਡਿਕਲੇਅਰ ਕਰਨ ਲਈ ਸਭ ਤੋਂ ਪਹਿਲਾਂ ਵੇਰੀਏਬਲ ਦੀ ਡਾਟਾ ਟਾਈਪ ਮੈਂਸ਼ਨ ਕਰਨੀ ਪੈਂਦੀ ਹੈ, ਫਿਰ ਵੇਰੀਏਬਲ ਦਾ ਨਾਮ ਲਿਖਣਾ ਪੈਂਦਾ ਹੈ। ਉਦਾਹਰਨ ਲਈ int a char name। ਵੇਰੀਏਬਲਸ ਦਾ ਨਾਮ ਰੱਖਣ ਸੰਬੰਧੀ ਕੁਝ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ। ਉਂਝ ਤਾਂ ਵੇਰੀਏਬਲ ਨੇਮ ਵਿੱਚ ਅਲਫਾਬੈਟਸ ਅਤੇ ਨੰਬਰ ਦੋਨੋਂ ਹੀ ਵਰਤੇ ਜਾ ਸਕਦੇ ਹਨ, ਪਰ ਵੇਰੀਏਬਲ ਦਾ ਨਾਮ ਕਿਸੇ ਅਲਫਾਬੈਟ ਜਾਂ ਅੰਡਰਸਕੋਰ ਤੋਂ ਹੀ ਸ਼ੁਰੂ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਵੇਰੀਏਬਲ ਕੇਸ ਸੈਂਸਿਟਿਵ ਹੁੰਦੇ ਹਨ, ਅਰਥਾਤ ਛੋਟੇ ਅਤੇ ਵੱਡੇ ਅੱਖਰਾਂ ਦਾ ਅੰਤਰ ਹੁੰਦਾ ਹੈ। ਵੇਰੀਏਬਲ ਦੇ ਨਾਮ ਵਿੱਚ ਅੰਡਰਸਕੋਰ ਤੋਂ ਇਲਾਵਾ ਹੋਰ ਕੋਈ ਵੀ ਸਪੈਸ਼ਲ ਸਿੰਬਲ ਨਹੀਂ ਵਰਤਿਆ ਜਾ ਸਕਦਾ। ਵੇਰੀਏਬਲਸ ਨੂੰ ਇਨੀਸ਼ੀਅਲਾਈਜ਼ ਕਰਨਾ। ਵੇਰੀਏਬਲ ਇਨੀਸ਼ੀਅਲਾਈਜੇਸ਼ਨ ਦਾ ਅਰਥ ਹੈ ਵੇਰੀਏਬਲ ਨੂੰ ਕੁਝ ਮੁੱਲ ਸੌਂਪਣਾ। ਅਸੀਂ ਕਿਸੇ ਵੇਰੀਏਬਲ ਨੂੰ ਡਿਕਲੇਅਰ ਕਰਨ ਸਮੇਂ ਜਾਂ ਪ੍ਰੋਗਰਾਮ ਐਗਜ਼ੀਕਿਊਸ਼ਨ ਦੌਰਾਨ ਕੋਈ ਵੀ ਮੁੱਲ ਸੌਂਪ ਸਕਦੇ ਹਾਂ। ਅਜਿਹਾ ਕਰਨ ਲਈ ਸਭ ਤੋਂ ਪਹਿਲਾਂ ਸਾਨੂੰ ਡਾਟਾ ਟਾਈਪ ਮੈਂਸ਼ਨ ਕਰਨਾ ਪਏਗਾ, ਫਿਰ ਵੇਰੀਏਬਲ ਦਾ ਨਾਮ ਅਤੇ ਇਕੁਅਲ ਟੂ ਦਾ ਨਿਸ਼ਾਨ ਪਾ ਕੇ ਵੈਲਿਊ ਮੈਂਸ਼ਨ ਕਰਨੀ ਪਏਗੀ। ਅਗਰ ਅਸੀਂ ਕਿਸੇ ਵੇਰੀਏਬਲ ਨੂੰ ਕੋਈ ਵੀ ਕੀਮਤ ਅਸਾਈਨ ਨਹੀਂ ਕਰਦੇ ਤਾਂ ਉਸ ਵੇਰੀਏਬਲ ਦੀ ਡਿਕਲੇਰੇਸ਼ਨ ਵਿਅਰਥ ਹੋ ਜਾਂਦੀ ਹੈ। ਡਿਲਿਮਟਰ ਜਾਂ ਸੈਪਰੇਟਰ ਉਹ ਚਿੰਨ੍ਹ ਹੁੰਦੇ ਹਨ ਜੋ ਪ੍ਰੋਗਰਾਮ ਦੇ ਬੁਨਿਆਦੀ ਐਲੀਮੈਂਟਸ ਜਿਵੇਂ ਵੇਰੀਏਬਲਸ, ਐਕਸਪ੍ਰੈਸ਼ਨਸ, ਸਟੇਟਮੈਂਟਸ ਆਦਿ ਦੀ ਸੀਮਾ ਨਿਰਧਾਰਤ ਕਰਦੇ ਹਨ। ਇਹਨਾਂ ਵਿੱਚੋਂ ਹੈਸ਼ ਦੀ ਵਰਤੋਂ ਪ੍ਰੀ ਪ੍ਰੋਸੈਸਰ ਨਿਰਦੇਸ਼ਾਂ ਲਈ ਕੀਤੀ ਜਾਂਦੀ ਹੈ। ਇਸ ਪ੍ਰੋਗਰਾਮ ਵਿੱਚ ਅਸੀਂ stdio.h ਹੈਡਰ ਫਾਈਲ ਨੂੰ ਸ਼ਾਮਲ ਕਰਨ ਲਈ ਹੈਸ਼ ਦੀ ਵਰਤੋਂ ਕੀਤੀ ਹੈ। ਕੌਮੇ ਦੀ ਵਰਤੋਂ ਅਕਸਰ ਵੇਰੀਏਬਲਸ ਦੀ ਲਿਸਟ ਨੂੰ ਸਟੋਰ ਕਰਨ ਲਈ ਕੀਤੀ ਜਾਂਦੀ ਹੈ। ਅਸੀਂ A, B ਅਤੇ ਸਮ ਨਾਮ ਦੇ ਇਹਨਾਂ ਤਿੰਨਾਂ ਵੇਰੀਏਬਲਸ ਨੂੰ ਕੌਮੇ ਦੀ ਮਦਦ ਨਾਲ ਵੱਖ-ਵੱਖ ਕੀਤਾ ਹੈ। ਕੋਲਨ ਦੀ ਵਰਤੋਂ ਕਰਕੇ ਲੇਬਲ ਬਣਾਏ ਜਾਂਦੇ ਹਨ। ਸੈਮੀਕੋਲਨ ਨਾਲ ਹਰੇਕ ਸਟੇਟਮੈਂਟ ਦਾ ਅੰਤ ਕੀਤਾ ਜਾਂਦਾ ਹੈ, ਜਿਸ ਤਰ੍ਹਾਂ ਅਸੀਂ ਇਸ ਪ੍ਰੋਗਰਾਮ ਵਿੱਚ ਦੇਖ ਸਕਦੇ ਹਾਂ। ਪੈਰੇਂਥੇਸਿਸ ਦੀ ਵਰਤੋਂ ਕਿਸੇ ਐਕਸਪ੍ਰੈਸ਼ਨ ਨੂੰ ਲਿਖਣ ਲਈ ਜਾਂ ਫੰਕਸ਼ਨ ਨਾਲ ਕੀਤੀ ਜਾਂਦੀ ਹੈ। ਕਰਲੀ ਬ੍ਰੇਸਿਸ ਦੀ ਵਰਤੋਂ ਸਟੇਟਮੈਂਟ ਨੂੰ ਇੱਕ ਬਲਾਕ ਵਿੱਚ ਸੰਗਠਿਤ ਕਰਨ ਲਈ ਕੀਤੀ ਜਾਂਦੀ ਹੈ। ਤੁਸੀਂ ਇਸ ਪ੍ਰੋਗਰਾਮ ਵਿੱਚ ਦੇਖ ਰਹੇ ਹੋ, ਅਸੀਂ ਮੇਨ ਫੰਕਸ਼ਨ ਅੰਦਰ ਆਉਂਦੀਆਂ ਸਾਰੀਆਂ ਸਟੇਟਮੈਂਟਸ ਨੂੰ ਕਰਲੀ ਬ੍ਰੇਸਿਸ ਵਿੱਚ ਬੰਦ ਕੀਤਾ ਹੋਇਆ ਹੈ। ਸਕੁਏਅਰ ਬ੍ਰੇਸਿਸ ਦੀ ਵਰਤੋਂ ਐਰੇ ਦੀ ਸਬਸਕ੍ਰਿਪਟ ਲਿਖਣ ਲਈ ਕੀਤੀ ਜਾਂਦੀ ਹੈ।
ਪ੍ਰੋਗਰਾਮਿੰਗ ਭਾਸ਼ਾ ਵਿੱਚ ਡਾਟਾ ਟਾਈਪ ਪਰਿਭਾਸ਼ਿਤ ਮੁੱਲਾਂ ਦਾ ਇੱਕ ਸਮੂਹ ਹੁੰਦਾ ਹੈ। ਇਹ ਵੇਰੀਏਬਲ ਦੁਆਰਾ ਗ੍ਰਹਿਣ ਕੀਤੇ ਜਾਣ ਵਾਲੇ ਡਾਟੇ ਦੀ ਕਿਸਮ ਬਾਰੇ ਦੱਸਦੀ ਹੈ। ਸੀ ਵਿੱਚ ਮੁੱਖ ਰੂਪ ਵਿੱਚ ਦੋ ਤਰ੍ਹਾਂ ਦੀਆਂ ਡਾਟਾ ਟਾਈਪਸ ਹੁੰਦੀਆਂ ਹਨ: ਬਿਲਟ ਇਨ ਡਾਟਾ ਟਾਈਪਸ ਐਂਡ ਯੂਜ਼ਰ ਡਿਫਾਈਨਡ ਡਾਟਾ ਟਾਈਪਸ। ਇਸ ਲੈਸਨ ਦੌਰਾਨ ਅਸੀਂ ਸਿਰਫ ਬਿਲਟ ਇਨ ਡਾਟਾ ਟਾਈਪਸ ਦੀ ਗੱਲ ਕਰਾਂਗੇ। ਬਿਲਟ ਇਨ ਡਾਟਾ ਟਾਈਪਸ ਸੀ ਭਾਸ਼ਾ ਦੀਆਂ ਬੁਨਿਆਦੀ ਡਾਟਾ ਟਾਈਪਸ ਹੁੰਦੀਆਂ ਹਨ ਅਤੇ ਸਿੰਗਲ ਮੁੱਲ ਨੂੰ ਗ੍ਰਹਿਣ ਕਰਦੀਆਂ ਹਨ। ਅਸੀਂ ਮੈਮਰੀ ਵਿੱਚ ਜਿਸ ਕਿਸਮ ਦਾ ਡਾਟਾ ਸਟੋਰ ਕਰਨਾ ਹੈ ਉਸ ਦੇ ਅਕੋਰਡਿੰਗ ਅਸੀਂ ਡਾਟਾ ਟਾਈਪ ਚੂਜ਼ ਕਰਦੇ ਹਾਂ। ਹਰੇਕ ਡਾਟਾ ਟਾਈਪ ਮੈਮਰੀ ਵਿੱਚ ਅਲੱਗ-ਅਲੱਗ ਜਗ੍ਹਾ ਘੇਰਦੀ ਹੈ। ਕਰੈਕਟਰ ਡਾਟਾ ਟਾਈਪ ਦੀ ਵਰਤੋਂ ਕਰੈਕਟਰ ਕਾਂਸਟੈਂਟ ਜਾਂ ਸਟ੍ਰਿੰਗ ਕਾਂਸਟੈਂਟ ਨੂੰ ਸਟੋਰ ਕਰਨ ਲਈ ਕੀਤੀ ਜਾਂਦੀ ਹੈ। ਇਸ ਲਈ ਕੈਰ ਕੀਵਰਡ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਾਈਨਡ ਜਾਂ ਅਨਸਾਈਨਡ ਦੋਨੋਂ ਹੋ ਸਕਦੇ ਹਨ। ਇੰਟੀਜ਼ਰ ਡਾਟਾ ਟਾਈਪ ਦੀ ਵਰਤੋਂ ਪੂਰਨ ਅੰਕ ਮੁੱਲਾਂ ਨੂੰ ਸਟੋਰ ਕਰਨ ਲਈ ਕੀਤੀ ਜਾਂਦੀ ਹੈ। ਇਸ ਟਾਈਪ ਨਾਲ ਸੰਬੰਧਿਤ ਵੇਰੀਏਬਲਸ ਵਿੱਚ ਦਸ਼ਮਲਵ ਵਾਲੀਆਂ ਸੰਖਿਆਵਾਂ ਨੂੰ ਸ਼ਾਮਲ ਨਹੀਂ ਕੀਤਾ ਜਾ ਸਕਦਾ। ਇਸ ਟਾਈਪ ਦੇ ਵੇਰੀਏਬਲ ਮੈਮਰੀ ਵਿੱਚ ਦੋ ਬਾਈਟ ਜਗ੍ਹਾ ਘੇਰਦੇ ਹਨ। ਫਲੋਟ ਡਾਟਾ ਟਾਈਪ ਸਾਨੂੰ ਦਸ਼ਮਲਵ ਵਾਲੀਆਂ ਸੰਖਿਆਵਾਂ ਨੂੰ ਸਟੋਰ ਕਰਨ ਦੀ ਆਗਿਆ ਦਿੰਦੀ ਹੈ। ਇਹ ਡਾਟਾ ਟਾਈਪ ਮੈਮਰੀ ਵਿੱਚ 4 ਬਾਈਟ ਜਗ੍ਹਾ ਘੇਰਦੀ ਹੈ। ਇਸ ਡਾਟਾ ਟਾਈਪ ਦੀ ਵਰਤੋਂ ਡਬਲ ਪ੍ਰੈਸੀਜਨ ਫਲੋਟਿੰਗ ਪੁਆਇੰਟ ਨੰਬਰਾਂ ਨੂੰ ਦਰਸਾਉਣ ਲਈ ਕੀਤੀ ਜਾਂਦੀ ਹੈ। ਇਸ ਡਾਟਾ ਟਾਈਪ ਨੂੰ ਉਸ ਸਮੇਂ ਵਰਤਿਆ ਜਾਂਦਾ ਹੈ ਜਦੋਂ ਡਾਟੇ ਦੀ ਸ਼ੁੱਧਤਾ ਵਧਾਉਣੀ ਹੋਵੇ, ਅਰਥਾਤ ਦਸ਼ਮਲਵ ਤੋਂ ਬਾਅਦ 6 ਅੰਕਾਂ ਤੋਂ ਜ਼ਿਆਦਾ ਅੰਕ ਦਿਖਾਉਣੇ ਹੋਣ। ਧਿਆਨ ਰਹੇ, ਫਲੋਟ ਦੀ ਵਰਤੋਂ ਕਰਕੇ ਅਸੀਂ 6 ਦਸ਼ਮਲਵ ਤੱਕ ਕਿਸੇ ਸੰਖਿਆ ਨੂੰ ਪ੍ਰਗਟਾ ਸਕਦੇ ਹਾਂ, ਜਦਕਿ ਡਬਲ ਦਸ਼ਮਲਵ ਬਿੰਦੂ ਤੋਂ ਬਾਅਦ 16 ਅੰਕਾਂ ਨੂੰ ਸਟੋਰ ਕਰਦੇ ਹਨ। ਇਹ ਡਾਟਾ ਟਾਈਪ ਮੈਮਰੀ ਵਿੱਚ 8 ਬਾਈਟ ਜਗ੍ਹਾ ਘੇਰਦੀ ਹੈ। ਵਾਇਡ ਡਾਟਾ ਟਾਈਪ ਸੀ ਭਾਸ਼ਾ ਵਿੱਚ ਹਰ ਇੱਕ ਫੰਕਸ਼ਨ ਦੀ ਇੱਕ ਰਿਟਰਨ ਡਾਟਾ ਟਾਈਪ ਹੁੰਦੀ ਹੈ ਜੋ ਕਿ ਫੰਕਸ਼ਨ ਦੁਆਰਾ ਵਾਪਸ ਕੀਤੇ ਹੋਏ ਮੁੱਲਾਂ ਨੂੰ ਦਰਸਾਉਂਦੀ ਹੈ। ਜਿਹੜੇ ਫੰਕਸ਼ਨ ਕੋਈ ਵੀ ਮੁੱਲ ਵਾਪਸ ਨਹੀਂ ਕਰਦੇ ਉਹਨਾਂ ਦੀ ਰਿਟਰਨ ਟਾਈਪ ਵਾਇਡ ਮੰਨੀ ਜਾਂਦੀ ਹੈ। ਟੋਕਨਸ ਸੀ ਪ੍ਰੋਗਰਾਮ ਦੀ ਬੁਨਿਆਦੀ ਤੇ ਸਭ ਤੋਂ ਛੋਟੀ ਇਕਾਈ ਨੂੰ ਟੋਕਨ ਕਿਹਾ ਜਾਂਦਾ ਹੈ। ਹਰ ਇੱਕ ਟੋਕਨ ਇੱਕ ਜਾਂ ਇੱਕ ਤੋਂ ਵੱਧ ਚਿੰਨ੍ਹਾਂ ਤੋਂ ਮਿਲ ਕੇ ਬਣਿਆ ਹੁੰਦਾ ਹੈ। ਸੀ ਵਿੱਚ 6 ਤਰ੍ਹਾਂ ਦੇ ਟੋਕਨਸ ਹੁੰਦੇ ਹਨ: ਕੀਵਰਡਸ, ਆਈਡੈਂਟੀਫਾਇਰਸ, ਕੌਨਸਟੈਂਟਸ, ਸਟ੍ਰਿੰਗਸ, ਆਪਰੇਟਰਸ ਅਤੇ ਸਪੈਸ਼ਲ ਸਿੰਬਲਸ। ਕੀਵਰਡ ਪਹਿਲਾਂ ਤੋਂ ਪਰਿਭਾਸ਼ਿਤ ਤੇ ਰਿਜ਼ਰਵਡ ਵਰਡ ਹੁੰਦੇ ਹਨ ਜਿਨ੍ਹਾਂ ਦਾ ਸੀ ਭਾਸ਼ਾ ਵਿੱਚ ਕੋਈ ਖਾਸ ਅਰਥ ਹੁੰਦਾ ਹੈ। ਇਸੇ ਲਈ ਅਸੀਂ ਕਿਸੇ ਵੇਰੀਏਬਲ ਦਾ ਅਜਿਹਾ ਨਾਮ ਨਹੀਂ ਰੱਖ ਸਕਦੇ ਜਿਸ ਨਾਮ ਦਾ ਕੋਈ ਕੀਵਰਡ ਹੋਵੇ। ਸੀ ਭਾਸ਼ਾ ਵਿੱਚ 32 ਕੀਵਰਡ ਵਰਤੇ ਜਾਂਦੇ ਹਨ। ਸੀ ਭਾਸ਼ਾ ਵਿੱਚ ਆਈਡੈਂਟੀਫਾਇਰਸ ਦੀ ਵਰਤੋਂ ਕਿਸੇ ਵੇਰੀਏਬਲ, ਕੌਨਸਟੈਂਟ, ਫੰਕਸ਼ਨ ਜਾਂ ਐਰੇ ਆਦਿ ਦਾ ਨਾਮ ਬਿਆਨਣ ਲਈ ਕੀਤੀ ਜਾਂਦੀ ਹੈ। ਇੱਕ ਆਈਡੈਂਟੀਫਾਇਰ ਵਿੱਚ ਅਪਰਕੇਸ ਜਾਂ ਲੋਅਰ ਕੇਸ ਲੈਟਰਸ, ਅੰਕ ਅਤੇ ਚਿੰਨ੍ਹ ਸ਼ਾਮਲ ਹੁੰਦੇ ਹਨ। ਟਾਈਪ ਮੋਡੀਫਾਇਰ ਦੀ ਵਰਤੋਂ ਸੀ ਭਾਸ਼ਾ ਵਿੱਚ ਮੁੱਢਲੀਆਂ ਡਾਟਾ ਟਾਈਪਸ ਜਿਵੇਂ ਇੰਟੀਜ਼ਰ, ਕੈਰ ਅਤੇ ਡਬਲ ਡਾਟਾ ਟਾਈਪਸ ਨੂੰ ਹੋਰ ਪ੍ਰਸਾਈਜ਼ ਕਰਨ ਲਈ ਕੀਤੀ ਜਾਂਦੀ ਹੈ। ਇਹਨਾਂ ਡਾਟਾ ਟਾਈਪਸ ਦੇ ਨਾਲ ਅਸੀਂ ਸਾਈਨਡ, ਅਨਸਾਈਨਡ, ਲੌਂਗ ਅਤੇ ਸ਼ਾਰਟ ਦਾ ਉਪਯੋਗ ਕਰ ਸਕਦੇ ਹਾਂ। ਵੇਰੀਏਬਲ ਵਿੱਚ ਸਟੋਰ ਕੀਤੇ ਮੁੱਲ ਪੋਜ਼ਿਟਿਵ ਤੇ ਨੈਗੇਟਿਵ ਦੋਨੋਂ ਹੋ ਸਕਦੇ ਹੈ, ਪਰ ਜਦੋਂ ਅਸੀਂ ਸਿਰਫ ਪੋਜ਼ਿਟਿਵ ਮੁੱਲ ਹੀ ਸਟੋਰ ਕਰਨਾ ਹੋਵੇ ਤਾਂ ਅਨਸਾਈਨਡ ਦੀ ਵਰਤੋਂ ਕਰ ਸਕਦੇ ਹਾਂ। ਅਜਿਹਾ ਕਰਨ ਨਾਲ ਇੱਕ ਬਿਟ ਜਿਸ ਵਿੱਚ
ਪਲੱਸ ਜਾਂ ਮਾਈਨਸ ਦਾ ਸਾਈਨ ਸਟੋਰ ਹੋਣਾ ਸੀ ਬਚ ਜਾਏਗਾ। ਆਸ ਕਰਦਾ ਹਾਂ ਕਿ ਤੁਹਾਨੂੰ ਇਸ ਚੈਪਟਰ ਦੀ ਚੰਗੀ ਤਰ੍ਹਾਂ ਸਮਝ ਲੱਗ ਗਈ ਹੋਣੀ ਹੈ। ਧੰਨਵਾਦ।